है मुहम्मदी मस्जिद रखा होया बोर्ड है ਕਿਹਾ ਜਾਂਦਾ ਕਿ ਇਹ ਬੋਰਡ 47 ਤੋਂ ਪਹਿਲਾਂ ਦਾ ਇੱਥੇ ਮਸਜਿਦ ਦੇ ਹੋਣ ਦੀ ਗਵਾਹੀ ਭਰਦਾ ਔਰ ਅੱਜ ਵੀ ਇਹ ਬੋਰਡ ਮਸਜਿਦ ਦੇ ਨਾਲ ਖੜਿਆ ਹੋਇਆ ਉਹਦਾ ਹਾਨੀ ਪਰਵਾਨੀ ਸਾਹਮਣੇ ਦਿਖਾਈ ਦਿੰਦਾ ਹੈ। ਇਹ ਏਰੀਆ ਇਹ ਇਲਾਕਾ ਮੁਸਲਮਾਨਾਂ ਦਾ ਸੀ, ਬਹੁਤ ਸਾਰੇ ਮੁਸਲਮਾਨਾਂ ਦੇ ਪਿੰਡ ਸਨ ਆਸੇ ਪਾਸੇ ਔਰ ਇੱਥੇ ਸਭ ਤੋਂ ਜ਼ਿਆਦਾ ਆਬਾਦੀ ਮੁਸਲਮਾਨਾਂ ਦੀ ਸੀ। ਤੇ ਤਕਰੀਬਨ 20-25 ਘਰ ਨੇ ਹੈਗੇ ਗੁੱਜਰਾਂ ਦੇ ਘਰ ਨੇ, ਸਾਰੇ ਗੁੱਜਰ ਬਲਾਦਰੀ ਦੇ ਨੇ ਤੇ ਸਾਰੇ ਸ਼ਾਮ ਨੂੰ ਸਾਰੇ ਤਕਰੀਬਨ ਸਾਰੇ ਵਾਧੂ ਘਰ ਨੂੰ ਆ ਰਹੇ ਨੇ। ਇਹ ਮਸਜਿਦ ਵੀ ਉਸੇ ਮਸਜਿਦ ਦੀ ਤਰ੍ਹਾਂ ਬਹੁਤ ਪੁਰਾਣੀ ਮਸਜਿਦ ਹੈ। ਇਹਦੀ ਬਹੁਤ ਕਾਰਾਕਾਰੀ ਸੀ ਜੀ, ਬਹੁਤ ਮੀਨਾਕਾਰੀ ਸੀ। ਇਹਦੇ ਵਿੱਚ ਬਹੁਤ ਵਧੀਆ, ਜਿਵੇਂ ਹੁਣ ਆਪਣੇ ਮਾਰਬਲ ਪੱਥਰ ਲਾ ਦਿੰਦੇ ਨੇ, ਉਹ ਸਮੇਂ ਦੇ ਵਿੱਚ ਵਾਸ਼ਰੂਮ ਬਣਾ ਕੇ ਟੂਟੀਆਂ ਲੱਗੀਆਂ ਹੋਈਆਂ ਸੀ ਉਸ ਸਮੇਂ ਦੇ ਵਿੱਚ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਲਹਿਰ ਸਾਂਝਾ ਦੇ ਲਈ ਹਾਜ਼ਰ ਹਾਂ ਮੈਂ ਤੇਜਵੰਤ ਸਿੰਘ ਚੱਬਾ ਲੈ ਕੇ ਪ੍ਰੋਗਰਾਮ ਇਬਾਦਤਗਾਹ ਦੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਪਿੰਡ ਪੌਤ ਵੀ ਇਹਨੂੰ ਕਿਹਾ ਜਾਂਦਾ ਹੈ। ਤੇ ਪੌਤ ਦੀਆਂ ਇਹਨਾਂ ਗਲੀਆਂ ਦੇ ਵਿੱਚ ਅੱਜ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਹਾਂ ਉਸ ਮਸਜਿਦ ਵੱਲ ਜਿਹੜੀ 47 ਤੋਂ ਪੁਰਾਤਨ ਮਸਜਿਦ ਦੇ ਵਿੱਚ ਜਿਹੜੀ ਕਿ ਪਿੰਡ ਪੌਤ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਅੱਜ ਵੀ ਸਥਾਪਿਤ ਹੈ ਔਰ ਜਿੱਥੇ ਲੋਕ ਅੱਜ ਵੀ ਆਪਣਾ ਇਬਾਦਤਗਾਹ ਦੇ ਉੱਤੇ ਨਮਾਜ਼ ਪੜ੍ਹਨ ਦੇ ਲਈ ਆਉਂਦੇ ਨੇ। ਇਹਨਾਂ ਪੁਰਾਣੀਆਂ ਰਾਹਾਂ ਤੇ ਇਹਨਾਂ ਪੁਰਾਣੀਆਂ ਗਲੀਆਂ ਦੇ ਵਿੱਚ ਸਾਡੇ ਮੁਸਲਮਾਨ ਭਰਾ ਜਿਹੜੇ ਕਿ ਇੱਕ ਭਾਰੀ ਆਬਾਦੀ ਜਿਨ੍ਹਾਂ ਦੀ ਇੱਥੇ ਰਹਿੰਦੀ ਸੀ, ਵਸਦੀ ਸੀ ਔਰ ਅੱਜ ਵੀ ਉਹ ਯਾਦ ਕਰਦੇ ਨੇ ਇਹਨਾਂ ਗਲੀਆਂ ਨੂੰ, ਉਹਨਾਂ ਰਾਹਾਂ ਨੂੰ ਜਿੱਥੋਂ ਹੋ ਕੇ ਉਹ ਮਸਜਿਦ ਵੱਲ ਜਾਂਦੇ ਸਨ। ਸੋ ਤੁਸੀਂ ਦੇਖ ਸਕਦੇ ਹੋ ਕਿ ਇੱਧਰਲੇ ਪਾਸੇ ਅੱਜ ਵੀ ਸਾਡੇ ਕੋਲ ਮੌਜੂਦ ਹੈ ਉਹ ਰਾਹਾਂ, ਉਹ ਪੁਰਾਣੀਆਂ ਇੱਟਾਂ, ਉਹ ਪੁਰਾਣੀਆਂ ਗਲੀਆਂ ਜਿਹੜੀਆਂ ਦਰਸਾਉਂਦੀਆਂ ਨੇ ਕਿ 47 ਤੋਂ ਪਹਿਲਾਂ ਇਸ ਏਰੀਏ ਦੇ ਵਿੱਚ ਇਸ ਮਸਜਿਦ ਦੇ ਵਿੱਚ ਨਮਾਜ਼ ਅਦਾ ਕਰਨ ਦੇ ਲਈ ਲੋਕ ਇਕੱਠੇ ਹੁੰਦੇ। ਔਰ ਉਸ ਤੋਂ ਪਹਿਲਾਂ ਬਿਲਕੁਲ ਮਸਜਿਦ ਦੇ ਬਾਹਰ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਕਿ ਉਹ ਪੁਰਾਣਾ ਖੂਹ ਵੀ ਅੱਜ ਵੀ ਗਵਾਹੀ ਭਰਦਾ ਹੈ ਕਿ ਮਸਜਿਦ ਦੇ ਅੰਦਰ ਜਾਣ ਤੋਂ ਪਹਿਲਾਂ ਇੱਥੇ ਆਪਣਾ ਰਸਮ ਅਦਾ ਕਰਕੇ ਹੱਥ ਪੈਰ ਜਿਹੜੇ ਆ ਧੋਤੇ ਜਾਂਦੇ ਸਨ। ਉਸ ਤੋਂ ਬਾਅਦ ਇਹ ਤੁਸੀਂ ਦੇਖ ਸਕਦੇ ਹੋ ਕਿ ਮਸਜਿਦ ਦਾ ਉਹ ਚਾਰ ਦੀਵਾਰੀ ਗੇਟ ਹੈ, ਜਿਹੜਾ ਗੇਟ ਤਾਂ ਭਾਵੇਂ ਨਵਾਂ ਬਣਵਾਇਆ ਗਿਆ ਹੈ ਪਰ ਮਸਜਿਦ ਦਾ ਉਹ ਸਥਾਨ, ਮਸਜਿਦ ਦੀਆਂ ਉਹ ਕੰਧਾਂ, ਮਸਜਿਦ ਦੀ ਉਹ ਮਹਿਰਾਬਾਂ, ਮਸਜਿਦ ਦਾ ਉਹ ਸਭ ਕੁਝ ਪੁਰਾਣਾ ਹੀ ਹੈ, ਪੁਰਾਤਨ ਹੀ ਹੈ ਔਰ ਉਸ ਨੂੰ ਬਹੁਤ ਸੋਹਣੇ ਤਰੀਕੇ ਨਾਲ ਸੰਭਾਲ ਕੇ ਰੱਖਿਆ ਹੋਇਆ ਕਿ ਇਸ ਪਾਸੇ ਵਾਲੇ ਪਾਸਾ ਸਤਲੁਜ ਦਰਿਆ ਜਿੱਧਰ ਵਗਦਾ ਹੈ ਔਰ ਉਸ ਏਰੀਏ ਵਿੱਚ ਅੱਜ ਵੀ ਕਾਫੀ ਗੁੱਜਰ ਮੁਸਲਮਾਨ ਭਰਾ ਸਾਡੇ ਰਹਿੰਦੇ ਨੇ ਜਿਹੜੇ ਕਿ ਇਸ
ਮਸਜਿਦ ਦੇ ਵਿੱਚ ਆ ਕੇ, ਇਸ ਇਬਾਦਤਗਾਹ 'ਚ ਆ ਕੇ ਨਮਾਜ਼ ਅਦਾ ਕਰਦੇ ਨੇ ਔਰ ਅਜ਼ਾਨ ਦਿੰਦੇ ਨੇ। ਮੌਜੂਦ ਨੇ ਇਸ ਵੇਲੇ ਪਿੰਡ ਪੌਤ ਦੇ ਕੁਝ ਸੱਜਣ ਜਿਨ੍ਹਾਂ ਨੇ ਇਸ ਪਿੰਡ ਨੂੰ ਬੜੇ ਨੇੜੇ ਤੇ ਹੋ ਕੇ ਤੱਕਿਆ। ਖਾਸ ਕਰਕੇ ਇਸ ਪਿੰਡ ਦੀਆਂ ਉਹ ਪੁਰਾਣੀਆਂ ਗਲੀਆਂ ਜਿਹੜੀ ਕਿ ਮੇਰੇ ਪਿੱਛੇ ਗਵਾਹੀ ਭਰ ਰਹੀਆਂ ਨੇ, ਇਸ ਪਿੰਡ ਦਾ ਉਹ ਟਾਈਮ ਦੱਸ ਰਹੀਆਂ ਨੇ ਜਦੋਂ ਇੱਥੇ ਮਸਜਿਦ 'ਚ ਆਉਣ ਜਾਣ ਵਾਲੇ ਇਹਨਾਂ ਰਾਹਾਂ ਤੋਂ ਹੋ ਕੇ ਲੰਘਦੇ ਸਨ। ਆਓ ਪੁੱਛਦੇ ਇਹਨਾਂ ਕੋਲੋਂ ਇਸ ਪਿੰਡ ਦਾ ਇਤਿਹਾਸ ਤੇ ਉਹਦੇ ਨਾਲ ਹੀ ਇਸ ਪਿੰਡ ਦੇ ਵਿੱਚ ਮਸਜਿਦ ਦੀ ਸਥਾਪਤੀ ਦੇ ਬਾਰੇ। ਸਰ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲ ਤੁਹਾਡਾ ਨਾਮ ਪੁੱਛਣਾ ਚਾਹਾਂਗਾ। ਮੈਂ ਮਨਜੀਤ ਸਿੰਘ ਗਿੱਲ। ਮਨਜੀਤ ਸਿੰਘ ਜੀ, ਤੁਸੀਂ ਸਾਨੂੰ ਇਹ ਦੱਸੋ ਕਿ ਇਹ ਪਿੰਡ ਪੌਤ ਦਾ ਇਤਿਹਾਸ ਕੀ ਹੈ ਔਰ ਖਾਸ ਕਰਕੇ ਜਿਹੜੀ ਇੱਥੇ ਮੁਸਲਮਾਨ ਆਬਾਦੀ ਬਾਰੇ ਕੁਝ ਜਾਣਨਾ ਪਾਓ। ਇਤਿਹਾਸ ਬਾਰੇ ਤਾਂ ਅਸੀਂ ਇੰਨਾ ਕਿ ਜਾਣਦੇ ਹਾਂ ਵੀ ਦੇਸ਼ ਦੀ ਵੰਡ ਹੋਈ ਆ 1947 ਦੇ ਵਿੱਚ। ਸਾਡੇ ਜਿਹੜੇ ਬਹੁਤੇ ਘਰ ਜੱਟਾਂ ਦੇ ਨੇ ਇੱਥੇ ਪਾਕਿਸਤਾਨ ਚੋਂ ਇੱਧਰ ਆਏ ਨੇ। ਇੱਥੇ ਮੁਸਲਮਾਨ ਬਸੋ ਹੁੰਦੀ ਸੀ ਜਾਂ ਇੱਥੋਂ ਦੇ ਕੁਝ ਲੋਕਲ ਵਸਿੰਦੇ ਸੀਗੇ। ਜਦ ਇੱਥੋਂ ਗਏ ਨੇ 47 ਵੇਲੇ ਤੇ ਅਸੀਂ ਤਾਂ ਜਨਮ ਇੱਥੇ ਆ ਕੇ ਲਿਆ, ਮਤਲਬ ਸਾਡਾ ਜਨਮ ਤਾਂ ਇੱਥੇ ਦਾ ਹੀ ਆ। ਉਸ ਤੋਂ ਬਾਅਦ ਅਸੀਂ ਜਾਣਨ ਲੱਗੇ ਹਾਂ ਵੀ ਇਹ ਪਿੰਡ ਬਹੁਤਾ ਬਸੋਂ ਮੁਸਲਮਾਨਾਂ ਦੀ ਸੀ ਜੋ ਪਾਕਿਸਤਾਨ ਦੇ ਵਿੱਚ ਚਲੇ ਗਏ। ਸਾਰੇ ਇੱਥੇ ਖੇਤੀ ਵੀ ਕਰਦੇ ਸੀ, ਆਮ ਧੰਦੇ ਵੀ ਕਰਦੇ ਸੀਗੇ। ਆਮ ਬਸੋਂ ਸੀ, ਜਿਵੇਂ ਇੱਥੇ ਮਸਜਿਦ ਬਣੀ ਹੋਈ ਹੈ, ਮਸੀਤ ਬਣੀ ਹੋਈ ਹੈ ਤੇ ਇੱਥੇ ਹੁਣ ਵੀ ਮਤਲਬ ਜਿਹੜਾ ਗੁੱਜਰ ਭਾਈਚਾਰਾ ਇੱਥੇ ਬਕਾਇਦਾ ਨਮਾਜ਼ ਵਗੈਰਾ ਪੜ੍ਹਦੇ ਨੇ, ਆਉਂਦੇ ਜਾਂਦੇ ਨੇ। ਇਹ ਪੌੜੀਆਂ ਮੈਂ ਪਿੱਛੇ ਦੇਖ ਰਿਹਾ ਬੜੀਆਂ ਪੁਰਾਤਨ ਨੇ, ਇਹ 47 ਤੋਂ ਪਹਿਲਾਂ ਦੀਆਂ ਤੇ ਕਿੰਜ ਦੀਆਂ ਸੀਗੀਆਂ? ਇਹ ਸਾਡੇ ਸੋਝੀ ਤੋਂ ਪਹਿਲਾਂ ਦੀਆਂ ਹੀ ਨੇ, 47 ਤੋਂ ਪਹਿਲਾਂ ਦੀਆਂ ਹੋਣਗੀਆਂ, ਪਰ ਉਦੋਂ ਤਾਂ ਬਿਲਕੁਲ ਖੜਵੀਆਂ ਸੀ। ਉਸ ਤੋਂ ਬਾਅਦ ਵਿੱਚ ਅਸੀਂ ਜਾਣਦੀ ਪੰਚਾਇਤ ਨੇ ਮਤਲਬ ਬਣਾਤੀਆਂ ਸੀ, ਥੋੜ੍ਹੀਆਂ ਜਿਹੀਆਂ ਬਣਾਤੀਆਂ ਟਿੱਪਰ ਵੀ ਪੈਰ ਨਾਲ ਤਿਲ ਕੇ ਖੜਵੀਂ ਲੁੱਟ ਬਣਾਤੀਆਂ ਸੀਗੀਆਂ। ਤੇ ਹੁਣ ਵੀ ਸ਼ੌਂਕ ਨਾਲ ਬਹੁਤ ਬੱਚੇ ਇੱਥੇ ਖੇਡਦੇ ਆਉਂਦੇ ਜਾਂਦੇ, ਉਤਰਦੇ ਆ, ਚੜ੍ਹਦੇ ਆ ਤੇ ਹੋਰ ਆਵਾਜਾਈ ਇੱਥੇ ਮਤਲਬ। ਸਾਡੇ ਨਾਲ ਇਸ ਪਿੰਡ ਦੇ ਮਸਜਿਦ ਦੇ ਬਿਲਕੁਲ ਨਜ਼ਦੀਕ ਨਾਲ ਦੇ ਘਰਾਂ ਦੇ ਵਿੱਚੋਂ ਮੌਜੂਦ ਨੇ। ਕੀ ਨਾਂ ਤੁਹਾਡਾ ਜੀ? ਬੇਅੰਤ ਸਿੰਘ ਜੀ। ਬੇਅੰਤ ਸਿੰਘ ਜੀ, ਤੁਸੀਂ ਮਸਜਿਦ ਨੂੰ ਨੇੜੇ ਹੋ ਕੇ ਤੱਕਿਆ। ਅੱਜ ਤੋਂ 8 ਸਾਲ ਪਹਿਲਾਂ ਮਸਜਿਦ ਕਿੰਜਦੀ ਸੀ, ਅੱਜ ਕਿੰਜਦੀ ਹੈ ਤੇ ਕਿੰਜਦੀ ਉਹਦੇ ਤੇ ਇਮਾਰਤਕਾਰੀ ਕਿਸ ਤਰ੍ਹਾਂ ਦੀ ਸੀ? ਇਹਦੀ ਬਹੁਤ ਕਾਰਾਕਾਰੀ ਸੀ ਜੀ, ਬਹੁਤ ਮੀਨਾਕਾਰੀ ਸੀ। ਇਹਦੇ ਵਿੱਚ ਬਹੁਤ ਵਧੀਆ, ਜਿਵੇਂ ਹੁਣ ਆਪਣੇ ਮਾਰਬਲ ਪੱਥਰ ਲਾ ਦਿੰਦੇ ਨੇ, ਉਹ ਸਮੇਂ ਦੇ ਵਿੱਚ ਵਾਸ਼ਰੂਮ ਬਣਾ ਕੇ ਟੂਟੀਆਂ ਲੱਗੀਆਂ ਹੋਈਆਂ ਸੀ ਉਸ ਸਮੇਂ ਦੇ ਵਿੱਚ ਜੀ। ਬਹੁਤ ਵਧੀਆ, ਬਹੁਤ ਆਲੀਸ਼ਾਨ ਬਣਾਈ ਹੋਈ ਸੀਗੀ ਇਹ। ਬਹੁਤ ਸੋਹਣਾ ਰੰਗ ਰੂਪ ਸੀ ਇਹਦਾ। ਅਸੀਂ ਛੋਟੇ ਹੁੰਦਿਆਂ ਨੇ ਇੱਥੋਂ ਦੇਖਿਆ ਵੀ ਆ ਜੀ, ਬਹੁਤ ਹੀ ਵਧੀਆ ਸੀ। ਹੁਣ ਸਾਰੇ ਮੁਸਲਮਾਨ ਭਾਈ ਇੱਥੇ ਜੋ ਪ੍ਰੋਗਰਾਮ ਹੁੰਦਾ, ਕੋਈ ਵੀ ਈਦ ਦਾ ਹੁੰਦਾ ਜਾਂ ਪੰਜੇ ਟਾਈਮ ਨਮਾਜ਼ ਵੀ ਪੜ੍ਹਦੇ ਨੇ। ਹੁਣ ਆ ਈਦ ਦਾ ਪ੍ਰੋਗਰਾਮ ਸੀਗਾ, ਸਾਰੇ ਭਾਈਚਾਰਾ ਇੱਥੇ ਆ ਕੇ ਉਹਨਾਂ ਨੇ ਬਹੁਤ ਸੋਹਣੀ ਈਦ ਮਨਾਈ ਆ, ਸਾਰਿਆਂ ਨੂੰ ਮੁਬਾਰਕਾਂ ਦਿੱਤੀਆਂ, ਪਿੰਡ ਵਾਲਿਆਂ ਨੇ ਵੀ, ਭਾਈਚਾਰਾ ਸਾਰਾ। ਸਾਡੇ ਨਾਲ ਸਰਦਾਰ ਬਰਿੰਦਰ ਸਿੰਘ ਹੋਰੀ ਹੈਗੇ ਨੇ, ਇਹ ਵੀ ਇਸ ਪਿੰਡ ਤੋਂ ਨੇ ਔਰ ਇਹਨਾਂ ਦੇ ਜਿਹੜੇ ਬਜ਼ੁਰਗ ਨੇ ਉਹ ਵੀ ਪਾਕਿਸਤਾਨ ਤੋਂ ਉੱਠ ਕੇ, ਜਿਵੇਂ ਕਿ ਗਿੱਲ ਸਾਹਿਬ ਨੇ ਦੱਸਿਆ ਕਿ ਇੱਥੇ ਬਹੁਤੇ ਜਿਹੜੇ ਘਰ ਨੇ ਉਹ ਪਾਕਿਸਤਾਨ ਤੋਂ ਉੱਠ ਕੇ ਇੱਧਰ ਆਏ। ਮੈਂ ਬਰਿੰਦਰ ਜੀ ਕੋਲੇ ਪੁੱਛਣਾ ਚਾਹਾਂਗਾ, ਕਿਸ ਤਰ੍ਹਾਂ ਦਾ ਸਹਿਯੋਗ ਪਿੰਡ ਵਾਲੇ ਕਰਦੇ ਨੇ ਮੁਸਲਮਾਨਾਂ ਨਾਲ? ਬਹੁਤ ਹੀ ਵਧੀਆ ਤਰੀਕੇ ਨਾਲ ਇਕੱਠੇ ਸਹਿਯੋਗ ਹੋ ਕੇ ਸਾਰਾ ਕੰਮ ਕਰਦੇ ਆ। ਤੇ ਇਹ ਮਸਜਿਦ ਵੀ ਪਿੰਡ ਦੇ ਸਹਿਯੋਗ ਨਾਲ ਹੀ ਇਹਨੂੰ ਦੁਬਾਰਾ ਇਹਦੀ ਰਿਪੇਅਰ ਕਰੀ ਗਈ, ਬਣਾਈ ਗਈ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਲੋਕ ਇਕੱਠੇ ਹੋ ਕੇ ਸਾਰੇ ਕੰਮ ਧਾਰਮਿਕ ਕੰਮਾਂ ਦੇ ਵਿੱਚ ਦਿੰਦੇ ਸਾਥ ਨੇ। ਇਸ ਪਿੰਡ 'ਚ ਕਿੰਨੀਆਂ ਮਸਜਿਦਾਂ ਨੇ ਤੇ ਕਿਸ ਤਰ੍ਹਾਂ ਦੀ ਹਾਲਤ 'ਚ ਨੇ? ਇਹ ਪਿੰਡ ਦੇ ਵਿੱਚ ਮਸਜਿਦਾਂ ਦਾ ਹੈਗੀਆਂ ਜੀ, ਚਾਰ ਮਸਜਿਦਾਂ ਸੀਗੀਆਂ ਤੇ ਵਿੱਚੋਂ ਇਹ ਤਾਂ ਤੁਸੀਂ ਦੇਖ ਹੀ ਲਈ, ਬਹੁਤ ਵਧੀਆ ਹਾਲ ਦੀ ਆ। ਇੱਕ ਪਿੰਡ ਦੇ ਬਾਹਰ ਆ, ਉਹ ਵੀ ਵਧੀਆ ਹਾਲ ਦੀ ਆ, ਤੇ ਦੋ ਕੁ ਦੀ ਹਾਲਤ ਥੋੜੀ ਜੀ ਜੀ ਉਹਨਾਂ ਮਸਜਿਦਾਂ ਜਿਨ੍ਹਾਂ ਦੀ ਹਾਲਤ ਇਸ ਵੇਲੇ ਬਹੁਤ ਵਧੀਆ ਨਹੀਂ ਆ, ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਮਾਸ਼ਾਅੱਲਾ ਵਧੀਆ ਕੰਡੀਸ਼ਨ ਦੇ ਵਿੱਚ ਸਾਹਮਣੇ ਆਉਣਗੀਆਂ ਔਰ ਉੱਥੇ ਵੀ ਇਬਾਦਤ ਜਿਹੜੀ ਆ ਉਹ ਬਾਕੀ ਮਸਜਿਦਾਂ ਵਾਂਗੂ ਹੁੰਦੀ ਰਹੇਗੀ। ਮਸਜਿਦ ਦੀ ਇਸ ਹੋਂਦ ਦਾ ਸਭ ਤੋਂ ਵੱਡਾ ਗਵਾਹ ਮੇਰੇ ਪਿੱਛੇ ਖੜਿਆ ਇਹ ਬੋਰਡ ਹੈ। ਕਿਹਾ ਜਾਂਦਾ ਕਿ ਇਹ ਬੋਰਡ 47 ਤੋਂ ਪਹਿਲਾਂ ਦਾ ਇੱਥੇ ਮਸਜਿਦ ਦੇ ਹੋਣ ਦੀ ਗਵਾਹੀ ਭਰਦਾ ਔਰ ਅੱਜ ਵੀ ਇਹ ਬੋਰਡ ਮਸਜਿਦ ਦੇ ਨਾਲ ਖੜਿਆ ਹੋਇਆ ਉਹਦਾ ਹਾਨੀ ਪਰਵਾਨੀ ਸਾਹਮਣੇ ਦਿਖਾਈ ਦਿੰਦਾ ਹੈ। ਇਹ ਮਸਜਿਦ
47 ਤੋਂ ਪਹਿਲਾਂ ਇਹ ਏਰੀਆ, ਇਹ ਇਲਾਕਾ ਮੁਸਲਮਾਨਾਂ ਦਾ ਸੀ। ਬਹੁਤ ਸਾਰੇ ਮੁਸਲਮਾਨਾਂ ਦੇ ਪਿੰਡ ਸਨ ਆਸੇ-ਪਾਸੇ, ਔਰ ਇੱਥੇ ਸਭ ਤੋਂ ਜ਼ਿਆਦਾ ਆਬਾਦੀ ਮੁਸਲਮਾਨਾਂ ਦੀ ਸੀ। ਉਸ ਵੇਲੇ ਇਹ ਮਸਜਿਦ ਦੇ ਵਿੱਚ ਜਿਵੇਂ ਅਜ਼ਾਨ ਅਦਾ ਕੀਤੀ ਜਾਂਦੀ ਸੀ, ਜਿਵੇਂ ਇਸ ਦੇ ਵਿੱਚ ਰੂਟੀਨ ਦੇ ਵਿੱਚ ਨਮਾਜ਼ ਅਦਾ ਕੀਤੀ ਜਾਂਦੀ ਸੀ, ਉਸੇ ਤਰ੍ਹਾਂ ਹੀ ਇਨ ਬਿਨ ਹੁਣ ਵੀ ਇੱਥੇ ਉਹ ਸਾਰਾ ਕੁਝ ਕੀਤਾ ਜਾਂਦਾ ਹੈ। ਸਮੇਂ ਦੇ ਨਾਲ ਨਾਲ ਭਾਵੇਂ ਕਿ ਲੋਕ ਇੱਥੇ ਆਉਂਦੇ ਜਾਂਦੇ ਰਹੇ, ਪਰ ਪਿਛਲੇ ਤਕਰੀਬਨ 8 ਕੁ ਸਾਲਾਂ ਤੋਂ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਮੁਸਲਮਾਨ ਭਰਾਵਾਂ ਨੇ ਇਸ ਮਸਜਿਦ ਦੀ ਸੇਵਾ ਕਰਾਈ। ਕਿਹਾ ਜਾਂਦਾ ਹੈ ਕਿ ਇਸ ਮਸਜਿਦ ਦੀਆਂ ਸਾਰੀਆਂ ਕੰਧਾਂ, ਸਾਰੀਆਂ ਮਿਹਰਾਬਾਂ, ਸਾਰੀਆਂ ਆਰਚਾਂ ਉਹ ਪੁਰਾਣੀਆਂ ਹੀ ਨੇ। ਸਿਰਫ ਜੇ ਬਦਲਿਆ ਗਿਆ ਤਾਂ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹਾਂ, ਉਹ ਬਦਲਿਆ ਗਿਆ ਇਹਦਾ ਲੈਂਟਰ, ਤੇ ਕੀਤੀ ਗਈ ਇਹਦੇ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ, ਤਾਂ ਕਿ ਇਹਦੀਆਂ ਪੁਰਾਣੀਆਂ ਆਰਚਾਂ ਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਹਾਨੀ ਨਾ ਪਹੁੰਚੇ। ਔਰ ਮੈਨੂੰ ਦੱਸਿਆ ਗਿਆ ਹੈ ਕਿ ਇਹਨਾਂ ਦੇ ਏਰੀਏ ਨੂੰ ਪਲਸਤਰ ਕਰਨ ਦੇ ਵਿੱਚ ਘੱਟੋ ਘੱਟ 1 ਮਹੀਨੇ ਦਾ ਸਮਾਂ ਲੱਗਾ, ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪੁਰਾਣੀ ਇਮਾਰਤ ਦੀ ਸ਼ੇਪ ਦੇ ਵਿੱਚ ਤਬਦੀਲੀ ਨਾ ਆਵੇ। ਔਰ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਉਹ ਮਿਹਰਾਬ ਜਿੱਥੇ ਕਿ ਨਮਾਜ਼ ਅਦਾ ਕੀਤੀ ਜਾਂਦੀ ਹੈ, ਉਹ ਇਨ ਬਿਨ ਉਸੇ ਹੀ ਜਗ੍ਹਾ 'ਤੇ, ਉਸੇ ਹੀ ਪੁਰਾਣੀ ਮਿਹਰਾਬ ਨੂੰ ਠੀਕ ਕੀਤਾ ਗਿਆ, ਉਹਦੇ 'ਤੇ ਪਲਸਤਰ ਕੀਤਾ ਗਿਆ, ਉਹਦੇ 'ਤੇ ਰੰਗ ਰੋਗਨ ਕੀਤਾ ਗਿਆ, ਔਰ ਇੱਕ ਪਿੰਡ ਵਾਸੀਆਂ ਦਾ ਪੂਰਾ ਸਹਿਯੋਗ ਦੇ ਨਾਲ ਇਸ ਨੂੰ ਕੀਤਾ ਗਿਆ। ਔਰ ਇਹੀ ਕਾਰਨ ਹੈ ਕਿ ਇਹ ਮਸਜਿਦ ਬਟਵਾਰੇ ਤੋਂ ਬਾਅਦ, ਭਾਵੇਂ ਅੱਜ ਮੁਸਲਮਾਨ ਭਰਾ ਸਾਡੇ ਇੱਥੋਂ ਜਾ ਚੁੱਕੇ ਹਨ, ਪਰ ਮਸਜਿਦਾਂ ਆਬਾਦ ਨੇ, ਆਬਾਦ ਰਹਿਣਗੀਆਂ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਨਸ਼ਾਅੱਲਾ ਅਸੀਂ ਉਮੀਦ ਕਰਦੇ ਹਾਂ, ਅਸੀਂ ਅਰਦਾਸ ਕਰਦੇ ਹਾਂ ਪੰਜਾਬੀ ਲਹਿਰ ਸਾਂਝਾ ਦਾ ਇਹ ਬਿਲਕੁਲ ਕੰਮ ਇਹੀ ਰਹੇਗਾ ਕਿ ਉਹ ਉਹਨਾਂ ਦਾ ਸਾਡਾ ਪ੍ਰਯਾਸ ਰਹੇਗਾ ਕਿ ਇਹੋ ਜਿਹੀਆਂ ਮਸਜਿਦਾਂ 'ਤੇ ਅਸੀਂ ਜਾਈਏ ਔਰ ਤੁਹਾਨੂੰ ਉਹਨਾਂ ਮਸਜਿਦਾਂ ਦੇ ਰੂਬਰੂ ਕਰਾਈਏ। ਸੋ ਦੋਸਤੋ, ਪਿੰਡ ਪੌਤ ਬੁਰਜ ਦੇ ਅੱਜ ਅਸੀਂ ਉਸ ਜਗ੍ਹਾ ਤੇ ਖਲੋਤੇ ਹਾਂ ਜਿੱਥੇ ਕਿ 47 ਤੋਂ ਪਹਿਲਾਂ ਵੀ ਮਸਜਿਦ ਸੀ ਔਰ ਅੱਜ ਵੀ ਮਸਜਿਦ ਹੈ। ਔਰ ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਇਸ ਮਸਜਿਦ ਨੂੰ ਅੱਜ ਵੀ ਇੱਥੇ ਨਮਾਜ਼ ਅਦਾ ਕੀਤੀ ਜਾਂਦੀ ਹੈ, ਇਬਾਦਤ ਕੀਤੀ ਜਾਂਦੀ ਹੈ, ਔਰ ਇਬਾਦਤ ਗਾਹ ਦੀ ਉਸ ਰੂਹ ਨੂੰ ਜਿੰਦਾ ਰੱਖਿਆ ਜਾਂਦਾ ਹੈ। ਆਓ ਸਾਡੇ ਨਾਲ ਗੱਲ ਕਰਨ ਲਈ ਅੱਜ ਖਲੋਤੇ ਨੇ ਇਸ ਮਸਜਿਦ ਨੂੰ ਸੰਭਾਲਣ ਵਾਲੇ, ਇਹਦੀ ਦੇਖਭਾਲ ਕਰਨ ਵਾਲੇ ਮੌਲਵੀ ਸਾਹਿਬ, ਉਹਨਾਂ ਕੋਲੋਂ ਪੁੱਛਦੇ ਹਾਂ ਇਸ ਮਸਜਿਦ ਦਾ ਇਤਿਹਾਸ। ਤੁਹਾਡਾ ਨਾਂ ਕੀ? ਸਭ ਤੋਂ ਪਹਿਲਾਂ ਤਾਂ ਇਹ ਦੱਸੋ। ਮੇਰਾ ਨਾਮ ਜੀ ਮੁਹੰਮਦ ਸ਼ਫੀ ਹੈ ਜੀ। ਮੈਂ 8 ਸਾਲ ਤੋਂ ਇਸ ਪਿੰਡ ਦੇ ਵਿੱਚ ਰਹਿ ਰਿਹਾ। ਜਦ ਮੈਂ ਇੱਥੇ ਆਏ ਸੀ ਤਾਂ ਮੈਨੂੰ ਇੱਕ ਸਰਦਾਰ ਨੇ ਕਿਹਾ, ਯਾਰ ਮਸਜਿਦ ਗੈਰਵਾਦ ਹੋ ਰਹੀ ਹੈ, ਇਹਨੂੰ ਤੁਸੀਂ ਦੇਖੋ। ਜਦ ਮੈਂ ਇੱਥੇ ਆਇਆ ਤਾਂ ਮੈਨੂੰ ਪਿੰਡ ਦੇ ਨੇ ਬੜਾ ਸਾਥ ਦਿੱਤਾ ਜੀ, ਬਹੁਤ ਸਾਥ ਦਿੱਤਾ। ਪੈਂਚ ਨੇ ਵੀ, ਸਰਪੰਚ ਨੇ ਵੀ, ਪ੍ਰਧਾਨਾਂ ਨੇ ਵੀ, ਸਭ ਨੇ ਮੈਨੂੰ ਸਾਥ ਦੇ ਕੇ ਤੇ ਫਿਰ ਮੈਂ ਇੱਥੇ ਹੋਰ ਬਲਾਦਰੀ ਨੂੰ ਮਿਲ ਕੇ ਇਸ ਮਸਜਿਦ ਦੀ ਜਿਹੜੀ ਮਰਮਤ ਸੀ ਉਹ ਸਾਰੀ ਕਰਵਾ ਕੇ ਹੁਣ ਮਾਸ਼ਾਅੱਲਾ ਇੱਥੇ ਨਮਾਜ਼ ਪੜ੍ਹੀ ਜਾਂਦੀ ਹੈ। ਮਹੱਲੇ ਆਉਂਦੇ, ਹੁਣ ਤੁਹਾਡੇ ਸਾਹਮਣੇ ਸਰਦਾਰ ਸਾਹਿਬ ਗਏ ਮੈਨੂੰ ਲੈ ਆਏ। ਇਹਨਾਂ ਦੀ ਬਹੁਤ ਵੱਡੀ ਮਿਹਰਬਾਨੀ ਜੀ, ਸਾਡੇ ਤੇ ਬਹੁਤ ਕੁਰਬਾਨੀ ਆ, ਪੂਰੇ ਪਿੰਡ ਦੀ, ਇੱਕ ਦੀ ਨਹੀਂ ਪੂਰੇ ਪਿੰਡ ਦੀ ਕੁਰਬਾਨੀ ਆ ਸਾਡੇ ਪਿੱਛੇ। ਹਾਂਜੀ। ਕਿੰਨੇ ਕੁ ਲੋਕ ਇੱਥੇ ਆਪਣੇ ਮੁਸਲਮਾਨ ਆਬਾਦੀ ਦੇ ਹੋਣਗੇ ਜਿਹੜੇ ਮਸਜਿਦ ਅਦਾ ਕਰਦੇ ਨੇ? ਇੱਥੇ ਤਕਰੀਬਨ 20-25 ਘਰ ਨੇ ਹੈਗੇ, ਗੁੱਜਰਾਂ ਦੇ ਘਰ ਨੇ, ਸਾਰੇ ਗੁੱਜਰ ਬਲਾਦਰੀ ਦੇ ਨੇ, ਤੇ ਸਾਰੇ ਸ਼ਾਮ ਨੂੰ ਤਕਰੀਬਨ ਸਾਰੇ ਇਬਾਦਤ ਕਰਨ ਨੂੰ ਆ ਰਹੇ ਨੇ। ਹਾਂਜੀ। ਔਰ ਇਬਾਦਤ ਗਾਹ ਤੇ ਖਾਸ ਕਰਕੇ ਜਦੋਂ ਜੁਮੇ ਦੀ ਨਮਾਜ਼ ਅਦਾ ਕੀਤੀ ਜਾਂਦੀ ਆ ਉਸ ਦਿਨ ਕਿਸ ਤਰ੍ਹਾਂ ਦੀ ਇੱਥੇ ਰੌਣਕਾਂ ਲੱਗਦੀਆਂ? ਜੁਮੇ ਦੀ ਨਮਾਜ਼ ਇੱਥੇ ਨਹੀਂ ਅਦਾ ਹੁੰਦੀ ਜੀ। ਇੱਥੇ ਕਿਉਂ ਵੀ ਉਸ ਹਿਸਾਬ ਦੇ ਨਾਲ ਇੱਥੇ ਮਸਜਿਦ ਮਛਵੜੇ ਆ, ਜਾਮਾ ਮਸਜਿਦ ਜਿਹਨੂੰ ਕਿਹਾ ਜਾਂਦਾ, ਤੇ ਸਾਡੀ ਉੱਥੇ ਚੱਲ ਰਹੀ ਹੈ, ਉਹਨਾਂ ਨਾਲ ਬਾਤਚੀਤ ਚੱਲ ਰਹੀ ਹੈ, ਬਕਰ ਬੋਰਡ ਵਾਲਿਆਂ ਨਾਲ ਬਾਤਚੀਤ ਚੱਲ ਰਹੀ ਵੀ ਸਾਨੂੰ ਕੋਈ ਉਹੋ ਜਿਹਾ ਮੌਲਵੀ ਦਿੱਤਾ ਜਾਵੇ ਜਿਹੜਾ ਸਾਡੇ ਬੱਚਿਆਂ ਨੂੰ ਸਿੱਖਿਆ ਦੇਵੇ, ਤੇ ਸਾਡੇ ਇੱਥੇ ਮਸਜਿਦ ਨੂੰ ਈਦਗਾਹ ਵੀ ਬਣੇ ਮਸਜਿਦ ਦੀ, ਔਰ ਜੁਮਾ ਵੀ ਇੱਥੇ ਪੜ੍ਹੇ ਜਾਵੇ। ਮੌਲਵੀ ਸਾਹਿਬ, ਇਹ ਮਸਜਿਦ ਦਾ ਇਤਿਹਾਸ ਕੀ ਹੈ, ਨਾਂ ਕੀ ਹੈ? ਇਹ ਨਾਂ ਜੀ ਪਹਿਲੇ ਦਾ ਸਾਨੂੰ ਪਤਾ ਨਹੀਂ ਜੀ, ਪਹਿਲੇ ਕੀ ਸੀ ਇੱਥੇ, ਕਿਉਂ ਹੈ ਨਹੀਂ ਸੀ ਕੁਝ ਵੀ, ਤੇ ਹੁਣ ਅਸੀਂ ਇਹਦਾ ਨਾਂ ਰੱਖਿਆ ਮੁਹੰਮਦੀ ਮਸਜਿਦ ਰੱਖਿਆ ਹੋਇਆ, ਔਰ ਪੂਰਾ ਐਡਰੈਸ ਲਿਖਿਆ ਹੋਇਆ, ਸਾਹਮਣੇ ਲਿਖਿਆ ਉੱਪਰ ਪੂਰਾ
ਮੁਹੰਮਦੀ ਮਸਜਿਦ, ਜ਼ਿਲ੍ਹਾ ਲੁਧਿਆਣਾ, ਤਹਿਸੀਲ ਸਮਰਾਲਾ ਤੇ ਪਿੰਡ ਪਪੌਤ। ਇਹ ਲਿਖ ਕੇ ਲਾਇਆ, ਅਰਬੀ ਦੇ ਵਿੱਚ ਲਾਇਆ ਹੋਇਆ ਜੀ। ਔਰ ਆਉਣ ਵਾਲੇ ਸਮੇਂ 'ਚ ਤੁਹਾਨੂੰ ਕੀ ਲੱਗਦਾ ਕਿ ਇਸ ਮਸਜਿਦ ਨੂੰ ਹੋਰ ਸਹਿਯੋਗ ਮਿਲੇਗਾ ਲੋਕਾਂ ਦਾ? ਹਾਂਜੀ ਹਾਂਜੀ ਬਿਲਕੁਲ ਮਿਲੇਗਾ ਜੀ। ਆਉਣ ਵਾਲੇ ਦੇ ਵਿੱਚ ਸਾਡੀ ਇਹ ਸਲਾਹ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇੱਥੇ ਬਣਾਵਾਂਗੇ, ਇੱਕ ਇੱਥੇ ਗੁੰਮਟ ਬਣਾਵਾਂਗੇ ਚੰਗਾ ਸੋਹਣਾ, ਇੱਕ ਇੱਥੇ ਬਣਾਵਾਂਗੇ 25-25 ਫੁੱਟ ਦਾ ਤਕਰੀਬਨ, ਤੇ ਉੱਪਰ ਮਾਈਕ ਲਾਵਾਂਗੇ ਤਾਂ ਜੇ ਪੂਰੇ ਪਿੰਡ ਦੇ ਵਿੱਚ ਆਵਾਜ਼ ਅਜ਼ਾਨ ਦੀ ਸੁਣੀ ਜਾਊਗੀ। ਇਹ ਸਾਡਾ ਬਿਲਕੁਲ ਖਿਆਲ ਹੈ ਔਰ ਸਾਡੀ ਸਲਾਹ ਆ। ਤੁਸੀਂ ਇਸ ਪਿੰਡ ਦੇ ਵਿੱਚ ਆਪਣਾ ਗੁੱਜਰਾਂ ਦੇ ਤੌਰ ਤੇ ਕਾਰੋਬਾਰ ਕਰਦੇ ਹੋ ਤੇ ਤੁਸੀਂ ਆਂਦੇ ਇਸ ਮਸਜਿਦ 'ਚ? ਹਾਂਜੀ ਹਾਂਜੀ ਬਿਲਕੁਲ ਅਸੀਂ ਨਮਾਜ਼ ਅਦਾ ਕਰਦੇ ਹਾਂ, ਨਮਾਜ਼ ਪੜ੍ਹਦੇ ਹਾਂ, ਆਉਣ ਜਾਣ ਸਾਡਾ ਠੀਕ ਠਾਕ ਹੈ ਜੀ। ਇਸ ਏਰੀਆ ਦੇ ਵਿੱਚ ਤੁਹਾਡੇ ਇੱਥੋਂ ਦੇ ਲੋਕਲ ਲੋਕਾਂ ਨਾਲ ਭਾਈਚਾਰਕ ਸਾਂਝ ਕਿਸ ਤਰ੍ਹਾਂ ਦੀ? ਠੀਕ ਹੈ, ਬਿਲਕੁਲ ਐਨ ਸੈੱਟ ਆ ਜੀ। ਬੋਲ ਬਾਣੀ ਐਨ ਠੀਕ ਠਾਕ ਆ। ਅਸੀਂ ਰਹਿੰਦੇ ਜਦ ਪਿੰਡ 'ਚ ਜਿੱਥੇ ਰਹਿਣਾ ਬਹਿਣਾ, ਅਤੇ ਉਹਨਾਂ ਦੇ ਨਾਲ ਸੰਗਤ ਠੀਕ ਰੱਖਣੀ ਚਾਹੀਦੀ ਹੈ, ਰਹਿਣਾ ਚਾਹੀਦਾ, ਬਹਿਣਾ ਚਾਹੀਦਾ, ਠੀਕ ਹੈ, ਵਧੀਆ ਜੀ। ਸੋ ਤੁਸੀਂ ਦੇਖਿਆ ਕਿ ਇਹ ਮੌਲਵੀ ਸਾਹਿਬ ਵੀ ਸਾਡੇ ਨਾਲ ਨੇ, ਸਾਡੇ ਨਾਲ ਇੱਥੇ ਲੋਕਲ ਏਰੀਆ 'ਚ ਰਹਿਣ ਵਾਲੇ। ਤੁਹਾਡਾ ਨਾਂ ਕੀ ਸੀ? ਸੈਫ ਅਲੀ ਜੀ। ਸੈਫ ਅਲੀ ਹੋਰੀ ਵੀ ਸਾਡੇ ਨਾਲ ਨੇ। ਮਸਜਿਦ ਨੂੰ ਮੌਲਵੀ ਸਾਹਿਬ ਨੇ ਆ ਕੇ ਠੀਕ ਹਾਲਤ 'ਚ ਕੀਤਾ, ਨਮਾਜ਼ ਅਦਾ ਕਰਨੀ ਸ਼ੁਰੂ ਕੀਤੀ ਸੀ। ਦੇਖ ਸਕਦੇ ਕਿ ਇੱਥੇ ਹੁਣ ਮਸਜਿਦ ਦੇ ਵਿੱਚ ਨਮਾਜ਼ ਅਦਾ ਕਰਨ ਦੇ ਲਈ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਪਿੰਡ ਵਾਲਿਆਂ ਦੇ ਸਹਿਯੋਗ ਦੇ ਨਾਲ ਇਹਨਾਂ ਨੇ ਇੱਥੇ ਲਿਆਂਦੀਆਂ, ਔਰ ਪੂਰੇ ਤਰੀਕੇ ਦੇ ਨਾਲ ਜਿਹੜੀ ਨਮਾਜ਼ ਇੱਥੋਂ ਦੇ ਲੋਕਲ ਜਿਹੜੀ 20-25 ਘਰ ਮੁਸਲਮਾਨ ਭਰਾਵਾਂ ਦੇ ਹੈਗੇ ਆ, ਉਹ ਇੱਥੇ ਆ ਕੇ ਨਮਾਜ਼ ਪੜ੍ਹਦੇ ਆ, ਅਦਾ ਕਰਦੇ ਆ, ਔਰ ਅੱਲਾਹ ਤਾਲਾ ਦੇ ਅੱਗੇ ਸ਼ੁਕਰ ਅਦਾ ਕਰਦੇ ਆ ਕਿ ਇਹ ਜਿਹੜੀ ਮਸਜਿਦ ਹੈ ਇਹ ਆਬਾਦ ਹੈ। ਔਰ ਆਉਣ ਵਾਲੇ ਸਮੇਂ 'ਚ ਇਹਨਾਂ ਦੀ ਕੋਸ਼ਿਸ਼ ਹੈ ਕਿ ਇਹ ਮਸਜਿਦ ਹੋਰ ਵਧੀਆ ਤਰੀਕੇ ਦੇ ਨਾਲ ਇੱਥੇ ਉਸਾਰੀ ਕਰਕੇ ਇੱਥੇ ਵੱਡੇ ਵੱਡੇ ਗੁੰਬਦ ਬਣਾਏ ਜਾਣ, ਔਰ ਹੋਰ ਇੱਥੇ ਜਿਹੜਾ ਸਹੂਲਤਾਂ ਲੋਕਾਂ ਨੂੰ ਜਿਹੜੀਆਂ ਮੁਹੱਈਆ ਕਰਾਈਆਂ ਜਾਣ। ਔਰ ਇਨਸ਼ਾਅੱਲਾ ਅਸੀਂ ਵੀ ਅਦਾ ਕਰਦੇ ਹਾਂ ਕਿ ਇਹ ਇਹਨਾਂ ਦੀ ਜਿਹੜੀ ਖਾਹਿਸ਼ ਹੈ ਇਹ ਪੂਰੀ ਹੋਵੇ। ਪਿੰਡ ਪੌਤ 'ਚ ਜਿਹੜੀ ਅਸੀਂ ਮਸਜਿਦ ਦੇ ਦਰਸ਼ਨ ਕੀਤੇ ਉਹ ਪਿੰਡ ਦੇ ਪਿਛਲੇ ਬੰਨੇ ਸੀ। ਅਸੀਂ ਹੁਣ ਪਿੰਡ ਦੇ ਨਹਿਰ ਵਾਲੇ ਪਾਸੇ ਫਰੰਟ ਵਾਲੀ ਸਾਈਡ ਤੇ ਇੱਕ ਹੋਰ ਮਸਜਿਦ ਦੀ ਤੁਹਾਨੂੰ ਦਰਸ਼ਨ ਕਰਾਉਣਾ ਚਾਹੁੰਦੇ ਹਾਂ। ਇਹ ਮਸਜਿਦ ਵੀ ਉਸੇ ਮਸਜਿਦ ਦੀ ਤਰ੍ਹਾਂ ਬਹੁਤ ਪੁਰਾਣੀ ਮਸਜਿਦ ਹੈ, ਔਰ ਇਸ ਮਸਜਿਦ ਦੇ ਵਿੱਚ ਵੀ ਨਮਾਜ਼ ਅਦਾ ਕੀਤੀ ਜਾਂਦੀ ਹੈ। ਹਾਲਾਂਕਿ 24 ਘੰਟੇ ਤੇ ਸ਼ਾਇਦ ਇੱਥੇ ਕੋਈ ਨਹੀਂ ਹੁੰਦਾ, ਪਰ ਨਮਾਜ਼ ਦੇ ਵੇਲੇ ਤੇ ਦੱਸਿਆ ਜਾਂਦਾ ਹੈ ਕਿ ਇੱਥੇ ਮੁਸਲਿਮ ਭਾਈਚਾਰੇ ਦੇ ਲੋਕ ਕੋਈ ਨਾ ਕੋਈ ਆ ਕੇ ਨਮਾਜ਼ ਅਦਾ ਕਰਦਾ, ਜਿਸ ਦਾ ਸਬੂਤ ਭਰਦੀ ਹੈ ਇਸ ਮਸਜਿਦ ਦੇ ਅੰਦਰਲੀ ਇਹ ਤਸਵੀਰ, ਜਿੱਥੇ ਅਸੀਂ ਦੇਖ ਸਕਦੇ ਹਾਂ ਕਿ ਨਮਾਜ਼ ਅਦਾ ਕਰਨ ਦੇ ਲਈ ਸਾਰਾ ਜ਼ਰੂਰੀ ਸਮਾਨ ਇੱਥੇ ਮੌਜੂਦ ਹੈ। ਉਹ ਮਹਿਰਾਬਾਂ ਮੌਜੂਦ ਨੇ ਜਿਹੜੀਆਂ ਕਿ ਮਸਜਿਦ ਦੇ ਵਿੱਚ ਹੋਣੀਆਂ ਜ਼ਰੂਰੀ ਨੇ ਨਮਾਜ਼ ਪੜ੍ਹਨ ਦੇ ਲਈ। ਸੋ ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਪਿੰਡ ਪੌਤ ਵਿੱਚ 4 ਮਸਜਿਦਾਂ ਸਨ, ਜਿਹਦੇ 'ਚ 2 ਮਸਜਿਦਾਂ ਅੱਜ ਵੀ ਇਬਾਦਤਗਾਹ ਦੇ ਤੌਰ ਦੇ ਉੱਤੇ ਜਿੱਥੇ ਨਮਾਜ਼ ਅਦਾ ਕੀਤੀ ਜਾਂਦੀ ਹੈ, ਅਜ਼ਾਨ ਦਿੱਤੀ ਜਾਂਦੀ ਹੈ।
ਸਾਡੇ ਕੋਲ ਇਸ ਵੇਲੇ ਇਸੇ ਹੀ ਪਿੰਡ ਦੇ ਵਿੱਚ ਇਸ ਮਸਜਿਦ ਨੂੰ ਸੰਭਾਲਣ ਵਾਲੇ ਇੱਥੇ ਨਮਾਜ਼ ਪੜ੍ਹਨ ਵਾਲੇ ਸੈਫ ਅਲੀ ਹੋਰੀ ਸਾਡੇ ਕੋਲ ਮੌਜੂਦ ਨੇ, ਜਿਹੜੇ ਕਿ ਸਾਨੂੰ ਇੱਥੇ ਆਇਆ ਦੇਖ ਕੇ ਸਾਡੇ ਕੋਲ ਆ ਗਏ। ਔਰ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਅਸੀਂ ਇਹਨਾਂ ਕੋਲ ਹੁਣ ਪੁੱਛ ਪਾਵਾਂਗੇ ਕਿ ਇਸ ਮਸਜਿਦ ਦੇ ਵਿੱਚ ਨਮਾਜ਼ ਅਦਾ ਕੀਤੀ ਜਾਂਦੀ ਹੈ ਤੇ ਕਿੰਨੀ ਕੁ ਹਾਜ਼ਰੀ ਹੁੰਦੀ ਹੈ ਤੇ ਕਦੋਂ ਕਦੋਂ ਨਮਾਜ਼ ਅਦਾ ਹੁੰਦੀ ਹੈ। ਜੀ ਇਸ ਟਾਈਮ ਤਾਂ ਜੀ ਮੈਂ ਇੱਕ ਹੀ ਘਰ ਦਾ ਬੰਦਾ, ਮੈਂ ਇੱਕ ਹੀ ਪੜ੍ਹਦਾ ਤਕਰੀਬਨ, ਤੇ ਬਾਕੀ 5 ਟਾਈਮ ਨਮਾਜ਼ ਹੁੰਦੀ ਹੈ ਜੀ। ਸ਼ਾਮ ਨੂੰ 5:30 ਵਜੇ ਆਏ ਟਾਈਮ, ਬਾਕੀ 2 ਵਜੇ ਹੁੰਦੀ ਹੈ ਇੱਕ ਸ਼ਾਮ ਨੂੰ 7:30 ਵਜੇ ਹੁੰਦੀ ਹੈ, ਇੱਕ 8:30 ਵਜੇ ਸ਼ਾਮ ਨੂੰ ਹੁੰਦੀ ਰਾਤ ਨੂੰ। ਇਸ ਮਸਜਿਦ ਦੇ ਵਿੱਚ ਨਮਾਜ਼ ਅਦਾ ਕੀਤੀ ਜਾਂਦੀ, ਪਿੰਡ ਵਾਲਿਆਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਤੁਹਾਨੂੰ ਮਿਲਦਾ? ਵਧੀਆ, ਆਪਣੇ ਨਾਲ ਪਿੰਡ ਵਾਲੇ ਵਧੀਆ ਨੇ, ਕੋਈ ਪ੍ਰੋਬਲਮ ਨਹੀਂ ਹੈਗੀ ਪਿੰਡ ਵੱਲੋਂ ਆਪਾਂ ਨੂੰ। ਜਾਣੀ ਆਪਾਂ ਨੂੰ ਤਾਂ ਕਹਿੰਦੇ ਆ ਤੁਸੀਂ ਮਸਜਿਦ 'ਚ ਨਮਾਜ਼ ਪੜ੍ਹੋ ਜਾ ਕੇ, ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ। ਜਦੋਂ ਕਦੇ ਵੀ ਕੋਈ ਖਾਸ ਦਿਨ ਹੁੰਦਾ, ਕੋਈ ਈਦ ਦਾ ਦਿਨ ਹੈ ਜਾਂ ਕੋਈ ਹੋਰ ਦਿਨ ਹੈ, ਉਦੋਂ ਕਿਸ ਤਰ੍ਹਾਂ ਮਨਾਉਂਦੇ? ਈਦ ਜੀ ਇੱਥੇ ਤਾਂ ਹੁੰਦੀ ਨਹੀਂ, ਕਿਉਂਕਿ ਪਿੰਡੂ ਮਸਜਿਦ ਇੱਥੇ ਤੇ ਇੰਨੀ ਆਬਾਦੀ ਹੈ ਨਹੀਂ। ਅਸੀਂ ਤਾਂ ਹੋਰ ਮਸਜਿਦਾਂ ਵਿੱਚ ਜਾ ਕੇ ਪੜ੍ਹਦੇ ਹਾਂ, ਜਾਣੀ ਇੱਥੇ ਤਾਂ ਇਕੱਲੀ ਨਮਾਜ਼ ਹੀ ਹੁੰਦੀ ਹੈ ਬਸ। ਜੀ ਬਿਲਕੁਲ। ਕਾਰਨ ਕੀ ਹੈ ਕਿ ਈਦ ਦੀ ਖੁਸ਼ੀਆਂ ਮਨਾਉਣ ਦੇ ਲਈ ਆਪਣੇ ਭਾਈਚਾਰੇ ਦੇ ਵਿੱਚ ਕਿਸੇ ਵੱਡੀ ਮਸਜਿਦ ਜਾ ਕੇ ਇਹ ਨਮਾਜ਼ ਪੜ੍ਹਦੇ ਨੇ ਆਪਣੇ ਪਰਿਵਾਰ ਨਾਲ। ਸੋ ਜੋ ਵੀ ਹੈ, ਖੈਰ ਇਹ ਮਸਜਿਦਾਂ ਆਬਾਦ ਰਹਿਣ, ਪਿੰਡ ਆਬਾਦ ਰਹਿਣ, ਉਹ ਲੋਕ ਆਬਾਦ ਰਹਿਣ ਜਿਹੜੇ ਇਹਨਾਂ ਇਬਾਦਤਗਾਹਾਂ ਦੇ ਵਿੱਚ ਸਹਿਯੋਗੀ ਹੁੰਦੇ ਨੇ ਨਮਾਜ਼ ਪੜ੍ਹਨ ਦੇ ਲਈ। ਇਸ ਵੇਲੇ ਅਸੀਂ ਖਲੋਤੇ ਆ ਪੌਤ ਨੂੰ ਜਾਂਦੇ ਉਸ ਪੁਲ ਦੇ ਉੱਤੇ, ਜਿਹਦੇ ਪੁਲਾਂ ਦੇ ਹੇਠੋਂ ਪਤਾ ਨਹੀਂ ਕਿੰਨਾ ਪਾਣੀ ਲੰਘ ਗਿਆ। ਔਰ ਪੌਤ ਦੀਆਂ ਉਹਨਾਂ ਮਸਜਿਦਾਂ ਨੂੰ ਅਸੀਂ ਸਿਜਦਾ ਕਰਦੇ ਹਾਂ, ਸਲਾਮ ਕਰਦੇ ਹਾਂ ਪੌਤ ਵਾਸੀਆਂ ਨੂੰ, ਜਿਨ੍ਹਾਂ ਨੇ ਅੱਜ ਵੀ ਇਹਨਾਂ ਮਸਜਿਦਾਂ ਨੂੰ ਜਿੰਦਾ ਰੱਖਿਆ ਹੋਇਆ ਹੈ। ਸੋ ਸਾਡੀ ਇਹ ਸਪੈਸ਼ਲ ਪੇਸ਼ਕਾਰੀ ਵੇਖਣਾ ਨਾ ਭੁੱਲਿਓ। ਪੰਜਾਬੀ ਲਹਿਰ ਸਾਂਝਾ ਤੇ ਜਲਦੀ ਹਾਜ਼ਰ ਹੋਵਾਂਗੇ ਲੈ ਕੇ ਅਗਲਾ ਪ੍ਰੋਗਰਾਮ।